ਪਿਆਰੇ ਵਿਦਿਆਰਥੀਓ ਨਮਸਕਾਰ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਬੱਚਿਓ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਇੱਕ ਡਾਊਟ ਹੈਗਾ ਸਾਰੇ ਬੱਚਿਆਂ ਦਾ ਲਗਭਗ ਜਿਹੜੇ ਨਵੇਂ ਪਹਿਲੀ ਵਾਰੀ ਤਿਆਰੀ ਕਰ ਰਹੇ ਨੇ ਇਲੈਕਟ੍ਰੀਕਲ ਸਰਕਟਸ ਪੜ੍ਹ ਰਹੇ ਨੇਗੇ, ਉਹਨਾਂ ਦਾ ਡਾਊਟ ਇਹੀ ਹੁੰਦਾ ਗਾ ਕਿ ਪਾਵਰ ਦੇ 3 ਫਾਰਮੂਲੇ ਨੇਗੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ। ਹਾਊ ਟੂ ਫਾਈਂਡ ਪਾਵਰ ਕਿਵੇਂ ਕੱਢਣੀ ਹੈਗੇ, ਇਹਦੇ 3 ਫਾਰਮੂਲੇ ਨੇਗੇ। ਇਹਦਾ ਫਾਰਮੂਲਾ ਪਹਿਲਾ ਹੈਗਾ V² ਡਿਵਾਈਡ ਬਾਈ R, ਦੂਜਾ ਫਾਰਮੂਲਾ ਹੈਗਾ I²R, ਤੀਜਾ ਫਾਰਮੂਲਾ ਹੈਗਾ P = V × I। ਇਹ ਕਹਿੰਦੇ ਵੀ ਤਿੰਨੇ ਫਾਰਮੂਲਿਆਂ ਦੇ ਵਿੱਚੋਂ ਕਿਹੜਾ ਫਾਰਮੂਲਾ ਅਸੀਂ ਲਗਾਈਏ ਤਾਂ ਕਿ ਸਾਡਾ ਪਾਵਰ ਹੈਗਾ ਜਿਹੜੀ ਪਾਵਰ ਆ ਸਾਡੀ ਉਹ ਸਹੀ ਆਵੇ। ਜ਼ਿਆਦਾਤਰ ਸਟੂਡੈਂਟਸ ਇਹਦੀਆਂ ਵੈਲਿਊਜ਼ ਨੂੰ ਮੰਨਦੇ ਹੈਗੇ ਅਤੇ ਕਿਸੇ ਇੱਕ ਫਾਰਮੂਲੇ ਨਾਲ ਮੰਨ ਲਓ 20 ਵਾਟ ਆ ਰਹੀ ਹੈ ਤਾਂ ਦੂਜੇ ਦੇ ਵਿੱਚ 18 ਵਾਟ ਆ ਜਾਂਦੀ ਹੈ ਅਤੇ ਤੀਜੇ ਦੇ ਵਿੱਚ 10 ਵਾਟ ਆ ਜਾਂਦੀ ਹੈ। ਤਾਂ ਜਦ ਕਿ ਇਹ ਨਹੀਂ ਹੋਣਾ ਚਾਹੀਦਾ। ਪਾਵਰ ਦਾ ਫਾਰਮੂਲਾ ਜੇ ਪਾਵਰ ਵਾਸਤੇ ਬਣਿਆ ਗਾ ਤਾਂ ਆਨਸਰ ਸਾਰਿਆਂ ਦਾ ਸੇਮ ਹੋਣਾ ਚਾਹੀਦਾ। ਜੇ ਤੁਹਾਡਾ ਅੱਡ ਅੱਡ ਆਨਸਰ ਆ ਰਿਹਾ ਹੈਗਾ ਤਾਂ ਇਟ ਮੀਨਸ ਤੁਹਾਡੇ ਕਨਸੈਪਟ ਦੇ ਵਿੱਚ ਕੋਈ ਪ੍ਰੋਬਲਮ ਆ। ਜਿਹਨੂੰ ਤਾਂ ਇਹ ਪਤਾ ਗਾ ਆਲਰੇਡੀ ਪਤਾ ਗਾ ਵੀ ਕੀ ਪ੍ਰੋਬਲਮ ਆ ਉਹ ਛੱਡ ਸਕਦਾ ਵੀਡੀਓਜ਼ ਨੂੰ, ਪਰ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਉਹ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੁਹਾਡੀ ਬੇਸਿਕ ਤੋਂ ਬੇਸਿਕ ਕਨਸੈਪਟ ਇਹਦੇ ਵਿੱਚ ਕਲੀਅਰ ਹੋਵੇਗਾ। ਤੁਸੀਂ ਕੀ ਗਲਤੀਆਂ ਕਰਦੇ ਹੋਗੇ, ਕਿਹੜੀਆਂ ਗਲਤੀਆਂ ਨੂੰ ਅਵੋਇਡ ਕਰਨਾ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕੁਐਸਚਨਸ ਜਦੋਂ ਆਪਾਂ ਮੰਨ ਕੇ ਆਪਦੇ ਵੱਲੋਂ ਕੋਈ ਨਾ ਕੋਈ ਵੈਲਿਊ ਮੰਨ ਕੇ ਕਰ ਰਹੇ ਹੁੰਦੇ ਹਾਂ ਤਾਂ ਗਲਤ ਹੋ ਜਾਂਦੇ ਨੇਗੇ। ਤੁਹਾਡੇ ਆਨਸਰਸ ਨਹੀਂ ਨਿਕਲਦੇ ਫਾਰਮੂਲਿਆਂ ਦੇ ਹਿਸਾਬ ਨਾਲ। ਉਹਦੀ ਕਿਹੜੀ ਗੱਲ ਦਾ ਧਿਆਨ ਰੱਖਣਾ ਹੁੰਦਾ ਅਸੀਂ ਅੱਜ ਇਹ ਡਿਸਕਸ਼ਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਬੱਚੋ ਮੈਂ ਤੁਹਾਡੇ ਹਿਸਾਬ ਨਾਲ ਚੱਲਦਾ ਗਾ ਵੀ ਆਪਾਂ ਆਪਣੇ ਵੱਲੋਂ ਕੋਈ ਨਾ ਵੈਲਿਊਜ਼ ਮੰਨਦੇ ਆਂਗੇ। ਵੀ ਵੋਲਟੇਜ ਦੀ ਮੰਨ ਲੈਂਦੇ ਹਾਂ ਇੱਕ, ਕਰੰਟ ਅਤੇ ਰੈਜ਼ਿਸਟੈਂਸ। ਵੋਲਟੇਜ ਦੀ ਆਪਾਂ ਮੰਨ ਲੈਂਦੇ ਹਾਂ ਵੀ ਵੋਲਟੇਜ ਆਪਣੇ ਕੋਲੇ ਹੈਗੀ ਹੈ 10, ਠੀਕ ਹੈ। ਕਰੰਟ ਆਪਾਂ ਮੰਨ ਲਿਆ ਵੀ ਸਾਡੇ ਕੋਲੇ ਹੈਗਾ 2 ਐਂਪੀਅਰ ਅਤੇ ਰੈਜ਼ਿਸਟੈਂਸ ਆਪਣੇ ਕੋਲੇ ਤੁਸੀਂ ਮੰਨਦੇ ਹੁੰਦੇ ਹੋ ਨਾ ਇੱਦਾਂ, ਇਹ ਮੰਨ ਲੈਂਦੇ 3, ਠੀਕ ਹੈ ਜੀ। ਦੱਸਦਾ ਮੈਂ ਤੁਹਾਨੂੰ, ਇੱਥੇ ਗਲਤੀ ਤੁਹਾਡੀ ਫੜੀ ਜਾਣੀ ਹੈਗੀ। ਦੇਖੋ ਆਪਦੇ ਕੋਲੋਂ ਤੁਸੀਂ ਆਹ 3 ਚੀਜ਼ਾਂ ਮੰਨ ਲਈਆਂ। ਹੁਣ ਸਭ ਤੋਂ ਪਹਿਲਾਂ ਅਸੀਂ ਆਹ ਫਾਰਮੂਲਾ ਲਗਾ ਕੇ ਦੇਖਦੇ ਹਾਂ। ਇਹ ਫਾਰਮੂਲਾ ਕਹਿੰਦਾ V² ਡਿਵਾਈਡ ਬਾਈ R। V² ਮਤਲਬ 2 ਵਾਰੀ 10, R ਹੈਗਾ ਸਾਡਾ 3, ਤਾਂ 100 ਨੂੰ ਆਪਾਂ 3 ਦੇ ਨਾਲ ਡਿਵਾਈਡ ਕਰਾਂਗੇ, ਲਗਭਗ ਸਾਡੀ 33.3। ਕੈਲਕੂਲੇਟਰ ਦੇ ਨਾਲ ਸੋਲਵ ਕਰਕੇ ਦੇਖ ਲਓ, ਲਗਭਗ ਸਾਡੀ 33 ਵਾਟ ਆਊਗੀ। ਓਕੇ, ਦੂਜਾ ਫਾਰਮੂਲਾ I²R। I ਦੀ ਵੈਲਿਊ ਤੁਹਾਡੀ ਹੈਗੀ ਹੈ ਬੱਚਿਓ 2 ਐਂਪੀਅਰ ਅਤੇ ਰੈਜ਼ਿਸਟੈਂਸ ਦੀ ਵੈਲਿਊ ਹੈਗੀ ਹੈ 3 ਓਮ। ਆਪਾਂ ਯੂਨਿਟਾਂ ਪਾ ਲੈਂਦੇ ਨਾਲ ਇਹਦੇ, ਆ ਲਓ। ਤਾਂ I²R 2 ਦਾ ਸਕੇਅਰ ਗੁਣਾ 3, ਤਾਂ 2 ਦੂਣੀ 4, 4 ਤੀਏ 12 ਵਾਟ। ਆ ਲਓ ਇੱਥੇ ਪੈ ਗਿਆ ਨਾ ਪੰਗਾ। ਇੱਥੇ ਇਹ ਕਹਿੰਦਾ V² ਡਿਵਾਈਡ ਬਾਈ ਕਹਿੰਦਾ ਹੈਗਾ 33 ਵਾਟ ਅਤੇ I²R ਕਹਿੰਦਾ ਹੈਗਾ 12 ਵਾਟ। ਤਾਂ ਇਹਦਾ ਮਤਲਬ ਕੀ ਹੈਗਾ, ਇਹ ਤਾਂ ਸਾਡੇ ਦੋਵੇਂ ਫਾਰਮੂਲੇ ਗਲਤ ਹੋ ਗਏ। ਬਟ ਪ੍ਰੋਬਲਮ ਬੱਚੇ ਕੀ ਆ, ਜਦੋਂ ਅਸੀਂ ਮੰਨ ਕੇ ਦੇਖ ਰਹੇ ਹੁੰਦੇ ਹਾਂ ਇਹ ਤਾਂ ਮੰਨਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕੁਛ ਮਰਜ਼ੀ ਮੰਨੀ ਜਾਓ, ਠੀਕ ਹੈ। ਇਹਦਾ ਮਤਲਬ ਹੈ ਜੀ ਜਿਹੜੀ ਤੁਸੀਂ ਆ ਵੈਲਿਊਜ਼ ਮੰਨਦੇ ਹੋ ਨਾ ਆਪਦੇ ਕੋਲੋਂ ਇਹਨਾਂ ਨੂੰ, ਇਹ ਇੱਥੇ ਹੀ ਪ੍ਰੋਬਲਮ ਆ। ਤੁਹਾਡੇ ਫਾਰਮੂਲਿਆਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਇੱਥੇ ਹੈਗੀ। ਉਹਦਾ ਕਾਰਨ ਕੀ ਆ ਵੀ ਮੰਨ ਲਓ ਤੁਸੀਂ ਵੋਲਟੇਜ ਮੰਨੀ ਸੀਗੀ 10 ਵੋਲਟ, ਕਰੰਟ ਤੁਸੀਂ ਮੰਨਿਆ ਸੀਗਾ 2 ਐਂਪੀਅਰ। ਅਤੇ ਪਹਿਲੀ ਗੱਲ ਤਾਂ ਜਦੋਂ ਤੁਸੀਂ ਤੀਜੀ ਚੀਜ਼ ਮੰਨਣ ਲੱਗੇ ਹੋ ਰੈਜ਼ਿਸਟੈਂਸ, ਆਹ ਸਭ ਤੋਂ ਵੱਡੀ ਗਲਤੀ ਹੈ। ਤੁਸੀਂ ਇਹਨੂੰ ਨਹੀਂ ਮੰਨ ਸਕਦੇ ਕਿਉਂਕਿ ਰੈਜ਼ਿਸਟੈਂਸ ਜਦੋਂ ਤੁਹਾਨੂੰ ਵੋਲਟੇਜ ਦੇ ਕਰੰਟ ਪਤਾ ਲੱਗ ਗਿਆ ਉਦੋਂ ਰੈਜ਼ਿਸਟੈਂਸ ਤੁਹਾਨੂੰ ਫਾਰਮੂਲੇ ਤੋਂ ਕੱਢਣਾ ਪਊ, ਜਿਹੜਾ ਫਾਰਮੂਲਾ ਓਮਸ ਲਾ ਨੇ ਦਿੱਤਾ ਹੋਇਆ ਵੀ ਰੈਜ਼ਿਸਟੈਂਸ V/I। V/I ਕਰਕੇ ਮਤਲਬ V ਹੁਣ ਤੁਹਾਡੀ ਕਿੰਨੀ ਹੈਗੀ 10, 2 ਕਿੰਨਾ ਆਊਗਾ 5 ਆਊਗਾ ਜੀ ਇਹਦਾ ਆਨਸਰ। ਮਤਲਬ ਰੈਜ਼ਿਸਟੈਂਸ ਇੱਥੇ ਤੁਹਾਨੂੰ 5 ਮੰਨਣੀ ਪਊਗੀ ਨਹੀਂ, ਇੱਥੇ ਰੈਜ਼ਿਸਟੈਂਸ 5 ਹੀ ਹੋਊਗੀ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਅੰਨ੍ਹੇਵਾਹ ਕੁਛ ਮਰਜ਼ੀ ਆਪਣੇ ਵੱਲੋਂ ਮੰਨ ਲੈਂਦੇ ਹੈਗੇ। ਇੱਕ ਛੋਟੀ ਜਿਹੀ, ਕਿਉਂਕਿ ਜਦ ਤੁਹਾਡਾ ਜਿਹੜਾ ਇਹ ਵੋਲਟੇਜ ਦੀਆਂ ਕਰੰਟ ਅਤੇ ਰੈਜ਼ਿਸਟੈਂਸ ਜਿਹੜਾ ਆਪਸ ਦੇ ਵਿੱਚ ਆ ਉਹ V = IR ਦੇ ਫਾਰਮੂਲੇ ਨੂੰ ਸੈਟਿਸਫਾਈ ਹੀ ਨਹੀਂ ਕਰਦਾ। ਉਹ ਅਸੀਂ ਕੀ ਮੰਨਿਆ ਹੋਇਆ ਸੀਗਾ, ਇੱਥੇ ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਮੰਨੀ ਸੀਗੀ ਅਸੀਂ 3, ਹੈ ਨਾ। ਤਾਂ ਦੇਖੋ ਰਾਜੇ I ਦਾ ਫਾਰਮੂਲਾ V ਦਾ ਫਾਰਮੂਲਾ V = IR ਹੁੰਦਾ ਨਾ। ਤਾਂ ਵੋਲਟੇਜ ਕਰੰਟ ਸਾਡਾ ਕਿੰਨਾ ਸੀਗਾ 2 ਸੀਗਾ ਪਹਿਲਾਂ ਵੀ, ਅਤੇ ਰੈਜ਼ਿਸਟੈਂਸ ਅਸੀਂ ਪਹਿਲਾਂ ਕਿੰਨੀ ਮੰਨੀ ਬੈਠੇ ਸੀਗੇ 3, ਰੈਜ਼ਿਸਟੈਂਸ ਅਸੀਂ ਕਿੰਨੀ ਮੰਨੀ ਬੈਠੇ 3, ਤਾਂ 3 ਦੂਣੀ 6 ਹੁੰਦੀ ਆ ਵੋਲਟੇਜ, ਪਰ ਅਸੀਂ ਵੋਲਟੇਜ ਮੰਨੀ ਹੋਈ ਆ 10। ਤਾਂ ਸਭ ਤੋਂ ਵੱਡੀ ਪ੍ਰੋਬਲਮ ਤਾਂ ਬੱਚੇ ਇੱਥੇ ਹੀ ਆਉਂਦੀ ਹੈਗੀ। ਤਾਂ ਹੁਣ ਤੁਸੀਂ ਸਮਝ ਗਏ ਵੀ ਜਦੋਂ ਕੁਛ ਆਪਦੇ ਵੱਲੋਂ ਮੰਨਣਾ ਹੁੰਦਾ ਗਾ ਅਸੀਂ ਸਿਰਫ ਇੰਡੀਪੈਂਡੈਂਟ ਵੈਲਿਊਜ਼ ਨੂੰ ਮੰਨਣਾ ਹੁੰਦਾ। ਅਸੀਂ ਇਹ ਨਹੀਂ ਹੈਗਾ ਵੀ ਸਾਰਿਆਂ ਨੂੰ ਆਪਦੇ ਵੱਲੋਂ ਮੰਨ ਲਓ। ਮੰਨ ਲਓ ਹੁਣ ਤੁਸੀਂ ਕੀ ਕੀਤਾ, ਵੋਲਟੇਜ ਅਤੇ ਕਰੰਟ ਨੂੰ ਆਪਦੇ ਵੱਲੋਂ ਮੰਨ ਲਿਆ ਵੀ ਆਹ ਵੋਲਟੇਜ 10 ਆ ਗਈ, ਕਰੰਟ ਸਾਡਾ ਹੈਗਾ 2 ਐਂਪੀਅਰ, 2 ਐਂਪੀਅਰ ਆ ਕਰੰਟ, ਠੀਕ ਹੈ। 2 ਐਂਪੀਅਰ ਆ ਵੋਲਟੇਜ ਆ। ਹੁਣ ਤੁਸੀਂ ਰੈਜ਼ਿਸਟੈਂਸ ਤੁਹਾਨੂੰ ਕੱਢਣੀ ਪਏਗੀ, ਜਾਂ ਫਿਰ ਜੇ ਤੁਸੀਂ ਵੋਲਟੇਜ ਨੂੰ ਮੰਨ ਲੈਂਦੇ 10 ਵੋਲਟ
ਤੇ ਰੈਜ਼ਿਸਟੈਂਸ ਮੰਨ ਲੈਂਦੇ 2 ਓਹਮ। ਫਿਰ ਤੈਨੂੰ ਇੱਥੇ ਕੀ ਕਰਨਾ ਪੈਣਾ ਸੀ, ਕਰੰਟ ਕੱਢਣਾ ਪੈਣਾ ਸੀਗਾ, ਆਪਦੇ ਕੋਲੋਂ ਨਹੀਂ ਮੰਨਣਾ ਸੀਗਾ ਕਰੰਟ ਨੂੰ। ਫਿਰ ਕਰੰਟ ਤੁਹਾਨੂੰ ਕੱਢਣਾ ਪੈਣਾ ਸੀਗਾ 20/R ਕਰਕੇ ਕਿੰਨਾ ਆਊਗਾ ਜੀ, ਵੋਲਟੇਜ ਹੈਗੀ ਆ 10 ਆ ਹੈਗਾ 2, ਤੁਹਾਡੇ ਕੋਲ ਕਿੰਨਾ ਆਊਗਾ 5 ਐਂਪੀਅਰ ਆਊਗਾ। ਤਾਂ ਸਭ ਤੋਂ ਪਹਿਲੀ ਗਲਤੀ ਤਾਂ ਇੱਥੇ ਹੀ ਹੁੰਦੀ ਆ। ਹਜੇ ਵੀ ਇੱਥੇ ਵੀ ਤੁਹਾਡਾ ਡਾਊਟ ਖਤਮ ਨਹੀਂ ਹੋਣਾ। ਮੈਂ ਤੁਹਾਨੂੰ ਅੱਗੇ ਹੋਰ ਦੱਸਦਾ ਵੀ ਫਾਰਮੂਲਾ ਲਾਉਣਾ ਕਿਹੜਾ ਚਾਹੀਦਾ। ਬੇਸ਼ੱਕ ਤਿੰਨਾਂ ਦੇ ਨਾਲ ਆਨਸਰ ਸੇਮ ਆਵੇ, ਬਟ ਫਿਰ ਵੀ ਅਸੀਂ ਫਾਰਮੂਲਾ ਕਿਹੜਾ ਲਾਉਣਾ ਹਮੇਸ਼ਾ ਉਹ ਵੀ ਤੁਹਾਨੂੰ ਦੱਸਣ ਲੱਗਿਆ ਮੈਂ। ਇਸ ਤੋਂ ਬਾਅਦ ਬੱਚੇ ਆਪਾਂ ਗੱਲ ਕਰ ਲੈਂਦੇ ਹਾਂ ਤੁਹਾਡੀ ਦੂਜੀ ਗਲਤੀ ਦੀ। ਪਹਿਲਾਂ ਤਾਂ ਆਪਾਂ ਵੈਲਿਊਜ਼ ਮੰਨ ਲਈਆਂ ਸੀ ਆਪਦੇ ਵੱਲੋਂ। ਹੁਣ ਅਸੀਂ ਇੱਕ ਆਪਾਂ ਨੂੰ ਸਰਕਟ ਦਿੱਤਾ ਹੋਇਆ, ਉਸ ਸਰਕਟ ਦੇ ਵਿੱਚ ਕਹਿ ਰਿਹਾ ਕਿ ਆ ਜਿਹੜਾ 3 ਓਹਮ ਆ, ਇੱਥੇ ਤੁਸੀਂ ਪਾਵਰ ਕੱਢਣੀ ਹੈ ਵੀ ਪਾਵਰ ਦੱਸੋ ਜੀ ਇੱਥੇ ਕਿੰਨੀ ਹੋਊਗੀ। ਤਾਂ ਇੱਥੇ ਦੱਸਦਾ ਤੁਸੀਂ ਗਲਤੀ ਕੀ ਕਰਦੇ ਹੋ ਤੇ ਕਿਹੜਾ ਫਾਰਮੂਲਾ ਲਾਉਣਾ। ਹੁਣ ਤਿੰਨਾਂ ਦੇ ਵਿੱਚੋਂ ਇੱਥੇ ਕਿਹੜਾ ਫਾਰਮੂਲਾ ਲੱਗੂਗਾ ਤੇ ਕਿਵੇਂ ਉਹਨੂੰ ਸਹੀ ਕਰਾਂਗੇ ਆਪਾਂ ਉਹ ਦੱਸਣਾ ਤੁਹਾਨੂੰ। ਲਓ, ਸਭ ਤੋਂ ਪਹਿਲਾਂ ਕੀ ਕਰਨਾ ਰਾਜੇ, ਜਦੋਂ ਵੀ ਪਾਵਰ ਕੱਢਣੀ ਹੁੰਦੀ ਹੈਗੀ ਤਾਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਫਾਰਮੂਲੇ। ਤਾਂ ਜੇ 3 ਓਮ ਦੇ ਵਿੱਚ ਕੱਢਣਾ ਰਾਜੇ ਤਾਂ V/R ਦੇ ਹਿਸਾਬ ਨਾਲ ਮੋਸਟਲੀ ਬੱਚੇ ਕੀ ਕਰਦੇ ਨੇਗੇ ਵੀ ਇੱਥੇ ਸਰਕਟ ਦੇ ਵਿੱਚ ਜੀ ਸਾਨੂੰ ਵੋਲਟੇਜ ਪਤਾ ਕਿੰਨੀ 10, ਵੀ 10 ਦਾ ਸਕੁਅਰ ਡਿਵਾਈਡ ਬਾਈ ਜਿਹੜੀ ਰੈਜ਼ਿਸਟੈਂਸ ਕੱਢਣੀ ਆ ਉਹ ਥੱਲੇ ਲਿਖ ਲੈਂਦੇ ਆ। ਗਲਤ ਮੈਥਡ। ਇੱਕ ਗੱਲ ਯਾਦ ਰੱਖਿਓ ਬੱਚੇ, ਜਿਹੜੇ ਬੇਸਿਕ ਕਨਸੈਪਟ ਆ ਸਾਡੇ ਉਹ ਨਹੀਂ ਅਸੀਂ ਭੁੱਲਣੇ। ਬੇਸਿਕ ਕਨਸੈਪਟ ਸਾਡਾ ਕੀ ਕਹਿੰਦਾ ਕਿ ਜਿਹੜਾ ਇਹ 10 ਵੋਲਟ ਆ, ਇਹ 10 ਵੋਲਟ ਕਿਹਦੇ ਨਾਲ ਲੱਗਿਆ, 2 ਓਮ ਨਾਲ ਵੀ ਲੱਗਿਆ ਤੇ 3 ਓਮ ਨਾਲ ਵੀ ਲੱਗਿਆ। ਤਾਂ ਇਟ ਮੀਨਸ 10 ਵੋਲਟ ਦਾ ਥੋੜ੍ਹਾ ਜਿਹਾ ਹਿੱਸਾ ਇਹਨੂੰ ਮਿਲਦਾ ਹੋਊ, ਕਿਉਂਕਿ ਸੀਰੀਜ਼ ਦੇ ਵਿੱਚ ਵੋਲਟੇਜ ਵੰਡੀ ਜਾਂਦੀ ਹੁੰਦੀ ਆ। ਜੇ ਪੈਰਲ ਦੇ ਵਿੱਚ ਹੁੰਦੇ ਇੱਦਾਂ, ਜੇ ਪੈਰਲ ਦੇ ਵਿੱਚ ਇੱਦਾਂ ਹੁੰਦੇ ਵੀ ਇਹ ਹੁੰਦਾ 2 ਓਹਮ, ਇਹ ਹੁੰਦਾ 3 ਓਹਮ, ਤੇ ਇੱਥੇ ਲੱਗੀ ਹੁੰਦੀ ਇਹ 10 ਵੋਲਟ ਦੀ ਇੱਕ ਬੈਟਰੀ, ਫਿਰ ਕੋਈ ਦਿੱਕਤ ਨਹੀਂ ਸੀਗੀ। ਫਿਰ ਤੁਸੀਂ ਕਰ ਲੈਂਦੇ ਵੀ V² ਡਿਵਾਈਡ ਬਾਈ R 3 ਕਰ ਲੈਂਦੇ ਤਾਂ ਇਹਦੀ ਪਾਵਰ ਨਿਕਲ ਜਾਂਦੀ, 2 ਕਰ ਲੈਂਦੇ ਇਹਦੀ, ਕਿਉਂਕਿ ਵੋਲਟੇਜ ਸੇਮ ਹੁੰਦੀ ਹੈ ਪੈਰਲ ਦੇ ਵਿੱਚ। ਬਟ ਸੀਰੀਜ਼ ਦੇ ਵਿੱਚ ਵੋਲਟੇਜ ਸੇਮ ਨਹੀਂ ਹੁੰਦੀ ਬੱਚੇ, ਸੀਰੀਜ਼ ਦੇ ਵਿੱਚ ਵੋਲਟੇਜ ਅਲੱਗ-ਅਲੱਗ ਹੁੰਦੀ ਹੈ। ਤਾਂ ਸਭ ਤੋਂ ਪਹਿਲਾ ਕੰਮ, ਜੇ ਤੁਸੀਂ ਆਹ ਫਾਰਮੂਲਾ ਲਾਉਣਾ ਤਾਂ ਇੱਥੇ ਤੁਹਾਨੂੰ ਪਹਿਲਾਂ ਕੀ ਕੱਢਣਾ ਪਏਗਾ, ਵੋਲਟੇਜ ਕੱਢਣੀ ਪਏਗੀ ਤੁਹਾਨੂੰ। ਇੱਥੇ ਪਹਿਲਾਂ ਵੋਲਟੇਜ ਡ੍ਰੌਪ ਕੱਢਣਾ ਪਏਗਾ ਵੀ ਆਹ 10 ਵੋਲਟ ਦਾ ਕਿੰਨਾ ਹਿੱਸਾ ਇੱਥੇ ਪਹੁੰਚ ਰਿਹਾ ਹੈਗਾ, ਫਿਰ ਤੁਸੀਂ ਸਰਕਟ ਦੇ ਵਿੱਚ ਅੱਗੇ ਵੱਧ ਸਕਦੇ ਹੋ, ਅਦਰਵਾਈਜ਼ ਨਹੀਂ ਵੱਧ ਸਕਦੇ ਹੈਗੇ। ਤਾਂ ਇਹ ਗੱਲ ਦਾ ਧਿਆਨ ਰੱਖਣਾ। ਤਾਂ ਵੋਲਟੇਜ ਕਿਵੇਂ ਨਿਕਲੂਗੀ, ਵੋਲਟੇਜ ਕੱਢਣ ਦਾ ਫਾਰਮੂਲਾ ਰਾਜੇ ਕੀ ਹੁੰਦਾ, I/R। ਮਤਲਬ ਇੱਥੇ ਕਰੰਟ ਕਿੰਨਾ ਜਾ ਰਿਹਾ ਉਹ ਪਤਾ ਹੋਣਾ ਚਾਹੀਦਾ ਸਾਨੂੰ। ਉਹ ਕਰੰਟ ਕਿਵੇਂ ਪਤਾ ਲੱਗੂ, ਬੇਸਿਕ ਜਿਹਾ ਮੈਂ ਲੈਤਾ ਦੇਖੋ ਵੀ ਕਰੰਟ ਕਿਵੇਂ ਨਿਕਲਦਾ ਹੁੰਦਾ, ਟੋਟਲ ਵੋਲਟੇਜ ਡਿਵਾਈਡ ਬਾਈ ਟੋਟਲ ਰੈਜ਼ਿਸਟੈਂਸ। ਟੋਟਲ ਵੋਲਟੇਜ ਕਿੰਨੀ ਹੈ 10, ਟੋਟਲ ਰੈਜ਼ਿਸਟੈਂਸ ਕਿੰਨੀ ਹੈ ਸਰਕਟ ਦੀ 3 ਓਮ ਤੇ 2 ਓਮ ਆਪਸ ਦੇ ਵਿੱਚ ਸੀਰੀਜ਼ 'ਚ ਨੇ। ਤਾਂ ਸੀਰੀਜ਼ ਦਾ ਫਾਰਮੂਲਾ ਹੁੰਦਾ R1 + R2। ਤਾਂ R1 R2 ਕਰਕੇ ਸਾਡੇ ਕੋਲ ਟੋਟਲ ਆ ਗਿਆ 5, ਕਰੰਟ ਸਾਡੇ ਕੋਲ ਆ ਗਿਆ 2 ਐਂਪੀਅਰ। ਹੁਣ ਤੁਹਾਨੂੰ ਮੈਂ ਕਰਕੇ ਦਿਖਾਉਣਾ, ਦੇਖੋ ਤਿੰਨੇ ਫਾਰਮੂਲੇ ਨਾਲ ਸਹੀ ਆਨਸਰ ਕੱਢ ਕੇ ਦਿਖਾਉਣਾ ਤੁਹਾਨੂੰ। ਆਪਾਂ ਲਿਖ ਲੈਂਦੇ ਆਗੇ ਇੱਥੇ ਵੀ ਜਿਹੜਾ ਕਰੰਟ ਆ ਜੀ ਸਾਡਾ ਉਹ ਕਿੰਨਾ ਹੈਗਾ, 2 ਐਂਪੀਅਰ ਹੈਗਾ। ਆ ਲਓ, ਹੁਣ ਫਾਰਮੂਲੇ ਤਿੰਨੇ ਲਗਾਉਣੇ ਆਗੇ ਤੇ ਆਪਾਂ ਤਿੰਨੇ ਫਾਰਮੂਲੇ ਨਾਲ ਸਹੀ ਆਨਸਰ ਕੱਢ ਦਿਆਂਗੇ। ਸਭ ਤੋਂ ਪਹਿਲਾ ਫਾਰਮੂਲਾ ਕਹਿੰਦਾ P = V² ਡਿਵਾਈਡ ਬਾਏ R। ਤਾਂ ਬੱਚੇ 2 ਐਂਪੀਅਰ ਕੀ ਆਇਆ ਸਾਡਾ ਕਰੰਟ, ਇੱਥੇ ਵੋਲਟੇਜ ਕਿੰਨੀ ਹੈ ਸਾਨੂੰ ਪਤਾ ਨਹੀਂ, ਹਜੇ ਕੱਢਣੀ ਪਊਗੀ। ਵੋਲਟੇਜ ਦਾ ਫਾਰਮੂਲਾ ਕੀ ਹੁੰਦਾ, V = I/R। I ਕਿੰਨਾ, ਕਰੰਟ ਜਿਹੜਾ ਹੈਗਾ ਪੂਰੇ ਸਰਕਟ ਦੇ ਵਿੱਚ ਕਿੰਨਾ ਫਲੋ ਹੋ ਰਿਹਾ, 2 ਐਂਪੀਅਰ। ਤਾਂ I ਹੈਗਾ 2, ਰੈਜ਼ਿਸਟੈਂਸ ਹੈਗੀ 3, ਤਾਂ ਕਿੰਨਾ ਆ ਗਿਆ 6 ਵੋਲਟ ਆ ਗਿਆ। ਓਕੇ, ਇਹਦਾ ਮਤਲਬ ਇੱਥੇ ਵੋਲਟੇਜ ਕਿੰਨੀ ਹੈ 6 ਵੋਲਟ। 10 ਦੇ ਵਿੱਚੋਂ 6 ਵੋਲਟ ਇੱਥੇ ਆ, ਇੱਥੇ ਵੋਲਟੇਜ ਕਿੰਨੀ ਆ, ਇਸ ਰੈਜ਼ਿਸਟੈਂਸ ਦੇ ਕ੍ਰਾਸ ਵੋਲਟੇਜ ਡ੍ਰੌਪ ਕਿੰਨਾ ਪਤਾ, ਕੱਢ ਕੇ ਦੇਖ ਲਓ। ਕਰੰਟ ਤਾਂ ਉਹੀ ਆ 2 ਐਂਪੀਅਰ, ਉਸ 2 ਐਂਪੀਅਰ ਨੂੰ ਇਸ ਰੈਜ਼ਿਸਟੈਂਸ ਨਾਲ ਗੁਣਾ ਕਰ ਲਓ, 2 ਦੂਣੀ 4। ਤਾਂ 4 ਵੋਲਟ ਹੈਗਾ 2 ਓਮ ਦੇ ਕ੍ਰਾਸ ਤੇ 6 ਵੋਲਟ ਹੈਗਾ ਸਾਡਾ 3 ਓਮ ਦੇ ਕ੍ਰਾਸ। ਇੰਨੀ ਗੱਲ ਕਲੀਅਰ ਹੋ ਗਈ ਬੱਚੇ, ਅੱਗੇ ਚਲੋ। ਤਾਂ 6 ਵੋਲਟ ਆਪਾਂ ਕੱਢ ਲਈ ਬੱਚੇ ਇੱਥੇ। ਹੁਣ ਆਪਾਂ ਫਾਰਮੂਲਾ ਲਗਾਉਣੇ ਆ ਪਾਵਰ ਦਾ, ਪਾਵਰ = V² ਡਿਵਾਈਡ ਬਾਈ R। ਤਾਂ ਵੋਲਟੇਜ ਇੱਥੇ ਸਾਡੀ ਇਹਦੇ ਕ੍ਰਾਸ ਕਿੰਨੀ ਹੈ 6, 6 × 6 ਡਿਵਾਈਡ ਬਾਈ ਰੈਜ਼ਿਸਟੈਂਸ ਕਿੰਨੀ ਹੈ ਸਾਡੀ 3। ਤਾਂ 3 ਜੋ ਅਸੀਂ ਕੀਤਾ ਸਾਡਾ 2 ਆ ਗਿਆ, 6 ਦੂਣੀ 12। ਤਾਂ 12 ਵਾਟ, ਪਾਵਰ ਦੇ ਯੂਨਿਟ ਕੀ ਹੁੰਦੇ ਨੇ, ਵਾਟ। ਤਾਂ 12 ਵਾਟ ਸਾਡੇ ਇੱਥੇ ਆ ਗਏ। ਹੁਣ ਅਸੀਂ ਕੱਢਦੇ ਹਾਂ ਦੂਜੇ ਫਾਰਮੂਲੇ ਨਾਲ I²R। ਬੱਚੇ ਜਦੋਂ I² R ਲਾਉਣਾ ਅਸੀਂ ਕਰੰਟ ਕਿਹੜਾ ਲੈਣਾ ਗਾ, ਜਿਸ ਰੈਜ਼ਿਸਟੈਂਸ ਦੇ ਕ੍ਰਾਸ ਅਸੀਂ ਪਾਵਰ ਕੱਢਣੀ ਆ ਉੱਥੋਂ ਲੰਘਿਆ ਹੋਇਆ ਕਰੰਟ। ਬੇਸ਼ੱਕ ਇਹ ਤਾਂ ਚਲੋ ਸੀਰੀਜ਼ ਸਰਕਟ ਸੀਗਾ, ਮੰਨ ਲਓ ਸਰਕਟ ਇੱਦਾਂ ਹੋਵੇ ਵੀ ਕਾਰ ਰੈਜ਼ਿਸਟੈਂਸ ਲੱਗੀ ਆ, ਇੱਕ ਆਹ ਲੱਗੀ ਆ, ਇੱਕ ਆਹ ਲੱਗੀ ਆ। ਜੇ ਇੱਥੇ ਕੱਢਣਾ ਗਾ ਤੁਸੀਂ ਜਿਹੜੀ ਪਾਵਰ ਆ ਗਈ ਤਾਂ ਇੱਥੋਂ ਵਾਲਾ ਕਰੰਟ ਚਾਹੀਦਾ। ਆਹ ਕਰੰਟ ਜਾਂ ਜਿਹੜਾ ਇੱਥੇ ਕਰੰਟ ਆ ਰਿਹਾ ਇਹ ਕਰੰਟ ਨਹੀਂ ਭਰਨੇ। ਤਾਂ ਇਹ ਤਾਂ ਚਲੋ ਸਿੰਪਲ ਹੈਗਾ ਵੀ ਸੀਰੀਜ਼ ਦੇ ਵਿੱਚ ਕਰੰਟ ਸੇਮ ਹੁੰਦਾ ਤਾਂ ਇੱਥੇ ਕਰੰਟ ਕਿੰਨਾ ਜਾਊਗਾ, ਇਹ ਆਪਾਂ ਫਾਰਮੂਲਾ ਲਗਾ ਕੇ ਦੇਖਦੇ ਹਾਂ। I², I ਦਾ ਮਤਲਬ ਕਿੰਨਾ ਕਰੰਟ ਹੈ, ਕਿੰਨਾ ਇਸ ਪੂਰੇ ਸਰਕਟ ਦੇ ਵਿੱਚ ਕਿੰਨਾ ਆਇਆ ਸੀਗਾ ਆਪਣਾ 2 ਐਂਪੀਅਰ ਆਇਆ ਸੀਗਾ ਨਾ। ਤਾਂ I² R 2 ਦਾ ਸਕੁਅਰ ਗੁਣਾ ਰੈਜ਼ਿਸਟੈਂਸ R ਕਿੰਨੀ ਹੈ 3।
ਤਾਂ 2 ਤੋਂ 4 ਮਲਟੀਪਲਾਈ ਬਾਈ 3 ਕਿੰਨਾ ਆ ਗਿਆ 12 ਵਾਟ। ਦੇਖੋ ਇੱਥੇ ਦੇਖੋ ਬਣ ਗਈ ਗੱਲ, ਆ ਵੀ 12 ਵਾਟ ਤੇ ਆ ਵੀ 12 ਵਾਟ, ਆ ਗਿਆ ਨਾ ਆਨਸਰ ਸੇਮ। ਤਾਂ ਪ੍ਰੋਬਲਮ ਸਾਡੇ ਤਰੀਕੇ ਦੇ ਵਿੱਚ ਸੀਗੀ, ਸਾਡੇ ਕੰਸੈਪਟ ਦੇ ਵਿੱਚ ਸੀਗੇ, ਨਾ ਕਿ ਫਾਰਮੂਲੇ ਦੇ ਵਿੱਚ। ਆ ਤੀਜਾ ਫਾਰਮੂਲਾ ਵੀ ਲਗਾਉਣੇ ਹੈਗੇ, V ਇੰਟੂ I। ਹੁਣ ਵੋਲਟੇਜ ਕੀ ਕਰਦੇ ਆ ਬੱਚੇ, ਆ ਲੈਂਦੇ ਹੈਗੇ, ਗਲਤੀ, ਬਹੁਤ ਵੱਡੀ ਗਲਤੀ। ਜਿਸ ਰਜਿਸਟੈਂਸ ਦੇ ਕ੍ਰਾਸ ਪਾਵਰ ਕੱਢਣੀ ਆ ਉਹੀ ਵੋਲਟੇਜ ਲਓ। ਕਿੰਨੀ ਵੋਲਟੇਜ ਹੈ ਇਹਦੀ, 6 ਵੋਲਟ ਦਾ ਡ੍ਰੌਪ ਆ। 6 ਗੁਣਾ ਕਰੰਟ ਕਿੰਨਾ ਹੈਗਾ 2, 6 ਦੂਣੀ 12 ਵਾਟ। ਲਓ ਰਾਜੇ ਤਿੰਨਾਂ ਦੇ ਨਾਲ ਆਨਸਰ ਸੇਮ ਆ ਗਿਆ ਤੁਹਾਡਾ, ਆ ਗਿਆ ਤੁਹਾਡਾ ਸੇਮ ਆਨਸਰ। ਤਾਂ ਮੇਰੇ ਖਿਆਲ ਨਾਲ ਹੁਣ ਤੁਸੀਂ ਇਹ ਕੁਐਸਚਨ ਨੂੰ ਸਮਝ ਗਏ ਹੋਵੋਗੇ, ਇਸ ਕੰਸੈਪਟ ਨੂੰ ਆਪਦੇ ਪੱਲੇ ਤੁਸੀਂ ਪਾ ਲਿਆ ਹੋਵੇਗਾ। ਤਾਂ ਕੋਸ਼ਿਸ਼ ਕਰਨੀ ਹੈ ਕਿ ਅੱਗੇ ਤੋਂ ਕੋਈ ਵੀ ਜਿਹੜੀ ਚੀਜ਼ ਆਪਣੇ ਵੱਲੋਂ ਮੰਨਣੀ ਹੈ ਤੁਸੀਂ ਉੱਥੇ ਦੇਖਣਾ ਗਾ ਵੀ ਜੇ ਤੁਸੀਂ 3 ਚੀਜ਼ਾਂ ਮੰਨ ਰਹੇ ਹੋਗੇ, ਵੋਲਟੇਜ ਕਰੰਟ ਮੰਨ ਲਓ, ਰੈਜ਼ਿਸਟੈਂਸ ਵੋਲਟੇਜ, ਜਾਂ ਮੰਨ ਲਓ ਇਹ ਵੋਲਟੇਜ ਕਰੰਟ ਰੈਜ਼ਿਸਟੈਂਸ ਨੂੰ ਛੱਡੋ, ਤੁਸੀਂ ਪਾਵਰ ਇਜ਼ ਇਕੁਅਲ ਟੂ ਵੋਲਟੇਜ ਤੇ ਕਰੰਟ ਹੁੰਦਾ ਨਾ। ਮੰਨ ਲਓ ਤੁਸੀਂ ਕਿਹਾ ਇਹ ਪਾਵਰ ਹੈਗੀ ਆ 32 ਵਾਟ ਤੇ ਵੋਲਟੇਜ ਹੈਗੀ ਤੁਹਾਡੀ 20 ਵੋਲਟ, ਤੇ ਕਰੰਟ ਨਹੀਂ ਤੁਸੀਂ ਹੁਣ ਆਪਸ ਦੇ ਵਿੱਚ ਮੰਨ ਸਕਦੇ। ਤੀਜੀ ਚੀਜ਼, ਜੇ ਤੁਸੀਂ ਇੱਕ ਕੁਐਸਚਨ ਨੂੰ ਸੋਲਵ ਕਰਕੇ ਦੇਖਣਾ ਹੋਵੇ ਜਾਂ ਫਾਰਮੂਲੇ ਨੂੰ ਉਹ ਕਰਕੇ ਦੇਖਣਾ ਹੋਵੇ, ਤਾਂ ਜੇ ਤੁਸੀਂ ਪਾਵਰ ਤੇ ਵੋਲਟੇਜ ਉਹ ਤੁਹਾਡੇ ਸਾਹਮਣੇ ਦੋ ਚੀਜ਼ਾਂ ਲਿਖੀਆਂ ਆ ਗਈਆਂ, ਤਾਂ ਹੁਣ ਤੁਸੀਂ ਕਰੰਟ ਨੂੰ ਆਪਦੇ ਵੱਲੋਂ ਨਹੀਂ ਮੰਨ ਸਕਦੇ, ਰੈਜ਼ਿਸਟੈਂਸ ਨੂੰ ਆਪਦੇ ਵੱਲੋਂ ਨਹੀਂ ਮੰਨ ਸਕਦੇ। ਹੁਣ ਇਹਨਾਂ ਤੋਂ ਹੀ ਆਨਸਰ ਕੱਢਣੇ ਪੈਣਗੇ ਤੁਹਾਨੂੰ, V ਇਜ਼ ਇਕੁਅਲ ਟੂ IR ਲਗਾ ਕੇ। ਕਲੀਅਰ ਹੋਈ ਮੇਰੀ ਗੱਲ ਇਹ? ਤਾਂ ਬੱਚੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਕੁਛ ਨਵਾਂ ਕੰਸੈਪਟ ਤੁਹਾਨੂੰ ਸਿੱਖਣ ਨੂੰ ਮਿਲਿਆ, ਜਾਂ ਹਜੇ ਵੀ ਇਹਦੇ ਵਿੱਚ ਕੋਈ ਦਿੱਕਤ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਤਾਂ ਇੱਦਾਂ ਦੇ ਹੋਰ ਕੰਸੈਪਟ ਸਿੱਖਣ ਦੇ ਲਈ ਤੁਸੀਂ ਸਾਡਾ ਪੇਡ ਕੋਰਸ ਵੀ ਲੈ ਸਕਦੇ ਹੋਗੇ। ਸਾਡਾ ਆਲਰੇਡੀ ਇੱਕ ਪੇਡ ਕੋਰਸ ਚੱਲ ਰਿਹਾ ਜਿਹਦੇ ਵਿੱਚ ASSA ਤੇ JEE ਇਹਨਾਂ ਦੋਨਾਂ ਦੇ ਅਲੱਗ-ਅਲੱਗ ਕੋਰਸ ਨੇਗੇ। ਇਹਦੇ ਵਿੱਚ ਲਗਭਗ 80 ਵੀਡੀਓਜ਼ ਨੇਗੀਆਂ, ਇਹਦੇ ਵਿੱਚ 90+ ਵੀਡੀਓਜ਼ ਨੇਗੀਆਂ ਸਾਡੀਆਂ, ਬੇਸਿਕਸ 'ਤੇ ਬਣਾਈਆਂ ਹੋਈਆਂ, ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਹੋਇਆ ਹੈਗਾ। ਤਾਂ ਕਿਵੇਂ ਲੱਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਥੈਂਕ ਯੂ ਵੈਰੀ ਮੱਚ।